ਵਰਿਆਮ ਸਿੰਘ ਸੰਧੂ ਦੀ ਪੁਸਤਕ ਭੱਜੀਆਂ ਬਾਹੀਂ ਦੀ ਅਗਲੀ ਛੋਟੀ ਕਹਾਣੀ ਹੈ ਕਾਹਲ। ਉਸ ਕੁੜੀ ਨੇ ਕਿਹਾ, ਜੇ ਆਪਾਂ ਵਿਛੜ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗੀ। ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗੀ। ਉਸ ਮੁੰਡੇ ਨੇ ਵੀ ਕਿਹਾ, ਜੇ ਆਪਾਂ ਵਿਛੜ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗਾ। ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ। ਤੇ ਫਿਰ ਸੱਚਮੁੱਚ ਕੁੜੀ ਤੇ ਮੁੰਡਾ ਵਿਛੜ ਗਏ। ਵਿਛੜਨ ਲੱਗਿਆ ਕੁੜੀ ਜ਼ਾਰ-ਜ਼ਾਰ ਰੋਈ। ਵਿਛੜਨ ਲੱਗਿਆ ਮੁੰਡਾ ਜ਼ਾਰ-ਜ਼ਾਰ ਰੋਇਆ। ਕੁੜੀ ਦੂਰ ਤੱਕ ਧੌਣ ਪੁਆ ਕੇ ਬਾਰ-ਬਾਰ ਵੇਖਦੀ ਅੱਖੋਂ ਓਹਲੀ ਹੋ ਗਈ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ। ਜੇ ਆਪਾਂ ਵਿਛੜ ਗਏ ਤਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਾਂਗਾ। ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ। ਤੇ ਉਹਦੀ ਨਜ਼ਰ ਇੱਕ ਪਲ ਵਿੱਚ ਉਹਨਾਂ ਆਉਣ ਵਾਲੇ ਸਾਰੇ ਸਾਲਾਂ ਤੇ ਤੈਰ ਗਈ ਜਿਹੜੇ ਉਸ ਨੂੰ ਉਸ ਕੁੜੀ ਬਾਝੋਂ ਬਿਤਾਉਣੇ ਪੈਣਗੇ। ਹਾਏ, ਇਹਨਾਂ ਸਾਲਾਂ ਦਾ ਪਹਾੜੀ ਭਾਰ ਉਹਦੀ ਕੂਲੀ ਆਤਮਾ ਕਿਵੇਂ ਚੁੱਕੇਗੀ। ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ। ਸੱਚਮੁੱਚ ਉਹਨੇ ਉਸੇ ਪਲ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਿੱਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ। ਉਹ ਇੱਕ ਪਲ ਬੀਤ ਗਿਆ, ਕੁੜੀ ਨਾ ਆਈ। ਇੱਕ ਦਿਨ ਵੀ ਬੀਤ ਗਿਆ, ਪਰ ਕੁੜੀ ਨਾ ਆਈ। ਇੰਜ ਇੱਕ ਸਾਲ ਬੀਤ ਗਿਆ, ਕੁੜੀ ਫੇਰ ਵੀ ਨਾ ਆਈ। ਤੇ ਆਖਰ ਹੌਲੀ-ਹੌਲੀ ਇੱਕ ਉਮਰ ਬੀਤ ਗਈ। ਮੁੰਡਾ ਉਡੀਕਦਾ ਬਿਲਕੁਲ ਥੱਕ ਗਿਆ, ਪਰ ਕੁੜੀ ਅਜੇ ਵੀ ਨਾ ਆਈ। ਉਸ ਸੋਚਿਆ, ਭਲਾ ਵੇਖ ਕੇ ਤਾਂ ਆਵਾਂ। ਤੇ ਉਸ ਵੇਖਿਆ, ਨਿੱਕੇ-ਨਿੱਕੇ ਬੱਚਿਆਂ ਵਿੱਚ ਘਿਰੀ ਬੈਠੀ, ਬਾਤਾਂ ਪਾਉਂਦੀ, ਚਿੱਟੇ ਵਾਲਾਂ ਵਾਲੀ ਉਹ ਕੁੜੀ। ਉਹਨੂੰ ਵੇਖ ਕੇ ਕੰਬੀ ਉੱਠੀ। ਉਹਦੇ ਹੋਂਠ ਫੜ ਕੇ ਤੇ ਅੱਖਾਂ ਵਿੱਚ ਸਾਰੇ ਜਹਾਨ ਦਾ ਦਰਦ ਇਕੱਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ, ਹਾਏ ਮੈਂ ਮਰ ਜਾ, ਤੂੰ ਕਿੰਨਾ ਕਾਹਲਾ ਏ, ਇੰਨੀ ਛੇਤੀ ਮੁੜ ਆਇਆ। ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸਾਂ। ਧੰਨਵਾਦ। ਸਰਦਾਰ ਵਰਿਆਮ ਸਿੰਘ ਸੰਧੂ ਦੀ ਪੁਸਤਕ ਭੱਜੀਆਂ ਬਾਹੀਂ ਦੀ ਅਖੀਰਲੀ ਕਹਾਣੀ ਹੈ ਮੈਂ ਤੇ ਕਹਾਣੀ। ਕਹਾਣੀ ਮਨੁੱਖ ਦੇ ਜਨਮ ਨਾਲ ਹੀ ਪੈਦਾ ਹੋਈ ਸੀ, ਇਸ ਵਿੱਚ ਸ਼ੱਕ ਨਹੀਂ। ਪਰ ਜੇ ਮੈਂ ਕਹਾਂ ਕਿ ਵਰਿਆਮ ਸਿੰਘ ਸੰਧੂ ਨਾਂ ਦੇ ਇਸ ਆਦਮੀ ਨੇ ਪੈਦਾ ਹੋਣ ਦੇ ਨਾਲ ਹੀ ਕਹਾਣੀ ਕਹਿਣ ਦੀ ਜਾਚ ਇਹਦੇ ਲਹੂ 'ਚ ਰਚੀ ਹੋਈ ਸੀ, ਇਸ ਵਿੱਚ ਜ਼ਰੂਰ ਸ਼ੱਕ ਹੈ। ਮੇਰਾ ਮਨ ਨਹੀਂ ਮੰਨਦਾ ਕਿ ਕਹਾਣੀ ਕਹਿਣ ਲਈ ਕਿਸੇ ਜਮੰਦਰੂ ਪ੍ਰਤਿਭਾ ਦੀ ਲੋੜ ਹੁੰਦੀ ਹੈ। ਚੰਗਾ ਲਿਖ ਸਕਣ ਲਈ ਸਮੁੱਚੀ ਸੱਭਿਅਤਾ ਦੇ ਵਿਕਾਸ ਦਾ ਚਾਨਣ, ਸਾਹਿਤਕ ਵਿਰਸੇ ਦੀ ਘੋਖਵੀਂ ਜਾਣ ਪਛਾਣ, ਜ਼ਿੰਦਗੀ ਦੀ ਡੂੰਘੀ ਸਮਝ ਤੇ ਜ਼ਿੰਦਗੀ ਦਾ ਮੋਹ ਕਿਸੇ ਲੇਖਕ ਲਈ ਦਰਕਾਰ ਹਨ। ਜੇ ਸਿਰਫ ਜਮੰਦਰੂ ਪ੍ਰਤਿਭਾ ਦੀ ਗੱਲ ਹੁੰਦੀ ਤਾਂ ਅਸਾਂ ਪੰਜਾਬੀਆਂ ਨੇ ਕੋਈ ਰੱਬ ਦੇ ਮਾਂਹ ਥੋੜ੍ਹੇ ਮਾਰੇ ਹੋਏ ਸਨ ਕਿ ਦਾਸਤੋਵਸਕੀ, ਤੁਰਗਨੇਵ, ਟਾਲਸਟਾਏ, ਚੈਖਵ, ਸ਼ੋਲੋਖੋਵ ਜਾਂ ਗੋਰਕੀ ਸਾਰੇ ਰੂਸ ਵਿੱਚ ਹੀ ਹੋਣੇ ਸਨ। ਕੋਈ ਇੱਕ ਅੱਧਾ ਸਾਡੇ ਵੀ ਇੱਧਰ ਜੰਮ ਪਿਆ ਹੁੰਦਾ। ਮੈਨੂੰ ਤਾਂ ਲੱਗਦਾ ਹੈ ਜਦੋਂ ਨਿੱਕੇ ਹੁੰਦਿਆਂ ਦਾਦੀ ਦੀ ਗੋਦ 'ਚ ਬਹਿ ਕੇ ਮੈਂ ਅੱਧੀ ਰਾਤ ਤੱਕ ਉਸ ਤੋਂ ਬਾਤਾਂ ਸੁਣਦਾ ਹੁੰਦਾ ਸਾਂ, ਜਾਂ ਸਵੇਰੇ ਤੜਕੇ ਬਾਪੂ ਦੇ ਕੰਧਾੜੇ ਚੜ੍ਹ ਕੇ ਗੁਰਦੁਆਰੇ 'ਚ ਜਾਂਦਾ ਤੇ ਭਾਈ ਦੀ ਕਥਾ ਬੜੇ ਧਿਆਨ ਨਾਲ ਸੁਣਦਾ ਸਾਂ, ਤਾਂ ਮੇਰੇ ਅੰਦਰ ਜ਼ਰੂਰ ਕਿਧਰੇ ਕਹਾਣੀ ਦਾ ਬੀਜ ਡਿੱਗ ਪਿਆ ਹੋਏਗਾ, ਜੋ ਸਮਾਂ ਆਉਣ ਉੱਤੇ ਲੋੜੀਂਦੀ ਰੌਸ਼ਨੀ ਤੇ ਗਰਮੀ ਮਿਲਣ ਨਾਲ ਫੁੱਟ ਪਿਆ ਹੋਏਗਾ। ਜਦੋਂ ਮੇਰਾ ਦਾਦਾ ਬਟੇਰੇ ਦੇ ਫੜੇ ਜਾਣ ਤੋਂ ਪਿੱਛੋਂ ਬਟੇਰੀ ਦਾ ਦਰਦ ਵਿਲਾਪ ਹੇਕ ਲਾ ਕੇ ਗਾਉਂਦਾ, ਵੇ ਮੈਂ ਆਖ ਰਹੀ ਮੈਂ ਵੇਖ ਰਹੀ ਤੂੰ ਇਸ ਖੇਤ ਨਾ ਜਾ, ਇਸ ਖੇਤ ਦੇ ਜੱਟ ਬੁਰੇ ਤੇ ਲੈਂਦੇ ਫਾਹੀਆਂ ਪਾ ਵੇ ਬਟੇਰਿਆ, ਤਾਂ ਮੈਂ ਧੁਰ ਅੰਦਰ ਤੱਕ ਹਲੂਣਿਆ ਜਾਂਦਾ ਸਾਂ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ, ਮੈਂ ਆਪਣੇ ਬੁੱਲ ਟੁੱਕਣ ਲੱਗ ਪੈਂਦਾ। ਤੇ ਫਿਰ ਵੱਡਾ ਹੋਣ ਤੇ ਮੈਂ ਵੇਖਿਆ ਮੇਰੇ ਚੁਫੇਰੇ ਸੱਚੀ ਮੁੱਚੀ ਮਾਸੂਮ ਬਟੇਰਿਆਂ ਵਰਗੇ ਕਿੰਨੇ ਹੀ ਲੋਕ ਸਨ ਜਿਨ੍ਹਾਂ ਲਈ ਬੁਰੇ ਜੱਟਾਂ ਨੇ ਪੈਰ ਤੇ ਫਾਹੀਆਂ ਲਾਈਆਂ ਹੋਈਆਂ ਸਨ। ਕਿਤਾਬਾਂ 'ਚੋਂ ਆਪਣਾ ਚਿਹਰਾ ਵੇਖਣ ਤੇ ਮੈਨੂੰ ਦਿਸਿਆ ਮੈਂ ਤਾਂ ਕਿੰਨਾ ਸਾਰਾ ਉਹਨਾਂ ਬਟੇਰਿਆਂ ਨਾਲ ਮਿਲਦਾ ਜੁਲਦਾ ਸਾਂ। ਅਸੀਂ ਸਾਰੇ ਕਿੰਨੇ ਡਰੇ ਸਾਂ, ਸਹਿਮੇ ਸਾਂ। ਸ਼ਾਇਦ ਲੋਕਾਂ ਨਾਲ ਆਪਣੀ ਪੀੜ ਸਾਂਝੀ ਕਰਨ ਲਈ ਜਾਂ ਉਹਨਾਂ ਆਪਣੇ ਵਰਗੇ ਲੋਕਾਂ ਦੀ ਪੀੜ ਸਮਝਣ ਲਈ ਹੀ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰਾ ਖਿਆਲ ਸੀ ਕਿ ਮੈਂ ਕੋਈ ਬਹੁਤ ਮਹਾਨ ਚੀਜ਼ ਬਣਨ ਵੱਲ ਜਾ ਰਿਹਾ। ਜ਼ਿੰਦਗੀ ਨੂੰ ਬਦਲਣ ਤੇ ਮਨ ਚਾਹੀ ਬਣਾਉਣ ਵਿੱਚ ਮੇਰਾ ਬਹੁਤ ਵੱਡਾ ਭਾਗ ਹੋਏਗਾ। ਪਰ ਅੱਜ ਕੱਲ੍ਹ ਮੈਂ ਅਜਿਹਾ ਨਹੀਂ ਸਮਝਦਾ। ਮੈਂ ਨਹੀਂ ਸਮਝਦਾ ਕਿ ਮੈਂ ਜਾਂ ਕੋਈ ਸਾਹਿਤਕਾਰ ਲਿਖ ਕੇ ਜਨਤਾ 'ਤੇ ਕੋਈ ਬੜਾ ਵੱਡਾ ਉਪਕਾਰ ਕਰ ਰਹੀ ਹਾਂ।
ਲਿਖਦੇ ਹਾਂ ਕਿ ਲਿਖਣੋਂ ਬਿਨਾਂ ਰਹਿ ਹੀ ਨਹੀਂ ਸਕਦੇ, ਤੇ ਜਾਂ ਫਿਰ ਬਹੁਤੀ ਵਾਰ ਪੈਰ ਪੈਰ ਤੇ ਗੱਡੀਆਂ ਫਾਹੀਆਂ ਤੋਂ ਬਚਣ ਲਈ ਹੋਰ ਕੁਝ ਕਰ ਹੀ ਨਹੀਂ ਸਕਦੇ ਹੁੰਦੇ। ਮੈਂ ਤਾਂ ਬਾਹਰੀ ਸਥਿਤੀਆਂ ਨਾਲ ਟਕਰਾਓ ਵਿੱਚੋਂ ਮਨ 'ਚ ਪੈਦਾ ਹੋਏ ਸ਼ੋਰ ਨੂੰ ਸ਼ਾਂਤ ਕਰਨ ਲਈ ਕਹਾਣੀ ਲਿਖਦਾ, ਜਾਂ ਦੁਆਲੇ ਦੀਆਂ ਆਵਾਜ਼ਾਂ ਦੀ ਭੀੜ ਵਿੱਚੋਂ ਆਪਣੀ ਆਵਾਜ਼ ਦੇ ਨਕਸ਼ ਪਛਾਣਨ ਲਈ ਤੇ ਇਹਨਾਂ ਆਵਾਜ਼ਾਂ ਨੂੰ ਇੱਕ ਦੂਜੀ ਨੂੰ ਪਛਾਣਨ ਦੀ ਆਦਤ ਪਾਉਣ ਲਈ। ਤੇ ਅਜਿਹਾ ਕਰਕੇ ਮੈਂ ਕਿਸੇ ਉੱਤੇ ਅਹਿਸਾਨ ਨਹੀਂ ਕਰ ਰਿਹਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਕਿਸੇ ਮੇਰੇ ਵਰਗੇ ਨੂੰ ਮੇਰਾ ਲਿਖਿਆ ਹੋਇਆ ਚੰਗਾ ਲੱਗ ਜਾਏ ਜਾਂ ਉਹਦਾ ਕੁਝ ਸੌਰ ਜਾਏ। ਇਸ ਲਈ ਮੈਂ ਚਾਹੁੰਦਾ ਕਿ ਲੇਖਕ ਨੂੰ ਕਿਸੇ ਪਾਰਟੀ ਜਾਂ ਲੋਕਾਂ ਦੇ ਸਮੂਹ ਦੇ ਕਹੇ ਤੇ ਧੂ ਬਣ ਕੇ ਨਹੀਂ ਬੋਲਣਾ ਚਾਹੀਦਾ, ਸਗੋਂ ਉਹ ਕੁਝ ਹੀ ਲਿਖਣਾ ਚਾਹੀਦਾ ਜੋ ਉਹਦਾ ਅੰਦਰਲਾ ਕਹਿੰਦਾ ਹੈ, ਜੋ ਸਮਾਜਿਕ ਤੋਰ ਕਹਿੰਦੀ ਹੈ। ਤੇ ਜਿਹੜਾ ਸਾਹਿਤ ਜਾਂ ਸਾਹਿਤਕਾਰ ਦੀ ਮਹਾਨਤਾ ਦਾ ਰੌਲਾ ਬੜੇ ਚਿਰ ਤੋਂ ਪੈਂਦਾ ਆ ਰਿਹਾ ਹੈ, ਘੱਟੋ ਘੱਟ ਮੈਨੂੰ ਤਾਂ ਇਸ ਬਾਰੇ ਸੰਦੇਹ ਹੈ। ਇਹ ਮਹਾਨਤਾ ਵੀ ਸ਼ਾਇਦ ਸਧਾਰਨ ਲੋਕਾਂ ਨੇ ਲੇਖਕ ਨੂੰ ਨਹੀਂ ਬਖਸ਼ੀ, ਸਗੋਂ ਲੇਖਕਾਂ ਨੇ ਆਪਣੇ ਆਪ ਹੀ ਕਾਇਮ ਕੀਤੀ ਲੱਗਦੀ ਹੈ। ਸਾਹਿਤ ਪੜ੍ਹਨ ਵਾਲੇ ਸਧਾਰਨ ਲੋਕ ਤਾਂ ਆਟੇ 'ਚ ਲੂਣ ਬਰਾਬਰ ਹਨ, ਕਿਉਂਕਿ ਲੇਖਕ ਹੋਰਨਾਂ ਨਾਲੋਂ ਵੱਧ ਪੜ੍ਹੇ ਲਿਖੇ ਜਾਂ ਤਿੱਖੇ ਹੁੰਦੇ ਹਨ। ਤੇ ਜਦੋਂ ਸਾਹਿਤ ਦੀ ਮਹਾਨਤਾ ਬਾਰੇ ਰੌਲਾ ਪਾਉਂਦੇ ਹਨ ਤਾਂ ਵਿਚਾਰੇ ਸਧਾਰਨ ਲੋਕ ਕੀ ਕਰਨ? ਉਹਨਾਂ ਕੋਲ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ ਇਹ ਕਹਿਣ ਤੋਂ ਬਿਨਾਂ ਕਿ ਅਕਸਰ ਇਹ ਪੜ੍ਹੇ ਲਿਖੇ ਲੋਕ ਹਨ, ਠੀਕ ਹੀ ਹੋਣਗੇ, ਇਹਨਾਂ ਨੇ ਝੂਠ ਮਾਰ ਕੇ ਕੀ ਲੈਣਾ। ਸਿਆਸਤਦਾਨਾਂ ਜਾਂ ਸਿਆਸੀ ਲੇਖਕਾਂ ਨੇ ਜਿਵੇਂ ਸਮਾਜਿਕ ਤਬਦੀਲੀ ਲਿਆਉਣ ਵਾਲੇ ਮੋਹਰਲੇ ਸਾਧਨਾਂ ਵਿੱਚੋਂ ਸਾਹਿਤ ਨੂੰ ਗਿਣਿਆ ਤੇ ਪ੍ਰਚਾਰਿਆ, ਮੈਂ ਇਸ ਨਾਲ ਸਹਿਮਤ ਨਹੀਂ। ਸਾਹਿਤ ਦਾ ਪ੍ਰਭਾਵ ਖੇਤਰ ਬੜਾ ਹੀ ਸੀਮਤ ਹੁੰਦਾ ਹੈ, ਜਦੋਂ ਕਿ ਸਿਆਸੀ ਤਬਦੀਲੀ ਲਿਆਉਣ ਲਈ ਵਿਸ਼ਾਲ ਜਨ ਸਮੂਹ ਦੇ ਯਤਨਾਂ ਦੀ ਲੋੜ ਹੁੰਦੀ ਹੈ। ਏਡੀ ਵਿਸ਼ਾਲਤਾ ਨੂੰ ਆਪਣੇ ਘੇਰੇ 'ਚ ਲੈ ਸਕਣਾ ਸਾਹਿਤ ਦੇ ਵਾਸਤਾ ਰੋਗ ਨਹੀਂ। ਉਂਝ ਵੀ ਸਾਹਿਤ ਦਾ ਪ੍ਰਭਾਵ ਕ੍ਰਾਂਤੀਕਾਰੀ ਨਹੀਂ ਹੁੰਦਾ, ਸਗੋਂ ਬੜਾ ਹੀ ਸਹਿਜ ਤੇ ਅਚੋਪੜਾ ਹੁੰਦਾ ਹੈ। ਅਚੇਤ ਜਾਂ ਸੁੱਤੇ ਸਿੱਧੀ ਮਨੁੱਖ ਦੇ ਅੰਦਰੋਂ ਕੁਝ ਪੁਰਾਣਾ ਜ਼ਰਜ਼ਰਾ ਹੋ ਚੁੱਕਾ ਭੁਰਦਾ ਜਾਂਦਾ ਹੈ ਤੇ ਨਵਾਂ ਕੁਝ ਜੁੜਦਾ ਜਾਂਦਾ ਹੈ। ਇੰਜ ਲੰਬੇ ਚੌੜੇ ਦਾਅਵੇ ਛੱਡ ਕੇ ਸਾਹਿਤ ਦੀ ਸੀਮਾ ਮੰਨਦਾ ਹੋਇਆ ਮੈਂ ਸਾਹਿਤ ਦੀ ਲੋੜੀਂਦੀ ਮਹੱਤਤਾ ਦਾ ਜ਼ਰੂਰ ਕਾਇਲ ਹਾਂ। ਸਾਹਿਤ ਜ਼ਿੰਦਗੀ ਨੂੰ ਨੇੜਿਓਂ ਵੇਖਣ, ਮਾਨਣ, ਮਹਿਸੂਸਣ ਤੇ ਸਮਝਣ ਵਿੱਚ ਸਾਡੇ ਜਜ਼ਬਿਆਂ, ਭਾਵਾਂ ਤੇ ਵਿਚਾਰਾਂ ਨੂੰ ਤਰਤੀਬਨ ਤਰਾਸ਼ਣ ਤੇ ਕਾਬੂ ਰੱਖਣ 'ਚ ਜ਼ਰੂਰ ਮਦਦ ਕਰਦਾ ਹੈ। ਸਾਹਿਤ ਅਜਿਹੀ ਮਾਨਸਿਕਤਾ ਸਿਰਜਣ ਵਿੱਚ ਵੀ ਸਹਾਈ ਹੁੰਦਾ ਜੋ ਕ੍ਰਾਂਤੀਕਾਰੀ ਸ਼ਖਸੀਅਤ ਦਾ ਨਿਰਮਾਣ ਕਰਨ 'ਚ ਸਹਾਇਕ ਹੁੰਦੀ ਹੈ। ਚੰਗਾ ਸਾਹਿਤ ਮਨੁੱਖ ਨੂੰ ਸਮਾਜਿਕ ਤੌਰ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦਾ ਹੈ, ਪਰ ਇਹ ਪ੍ਰੇਰਨਾ ਕੋਈ ਤਲੀ ਤੇ ਸਰੋਂ ਜਮਾਉਣ ਵਰਗੀ ਜਾਂ ਦੁੱਧ ਰਿੜਕ ਕੇ ਉਸ 'ਚੋਂ ਮੱਖਣ ਕੱਢ ਕੇ ਵਿਖਾਉਣ ਵਰਗੀ ਨਹੀਂ ਹੁੰਦੀ। ਸਮਾਜਿਕ ਤਬਦੀਲੀ ਹਿੱਤ ਲੇਖਕ ਦੀ ਭੂਮਿਕਾ ਸੰਬੰਧੀ ਮੈਂ ਕਹਿਣਾ ਚਾਹਾਂਗਾ ਕਿ ਕਿਸੇ ਵਿਸ਼ੇਸ਼ ਸਾਹਿਤਕਾਰ ਦੀਆਂ ਸੀਮਾਵਾਂ ਉੱਤੇ ਨਿਰਭਰ ਕਰਦੀ ਹੈ। ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਲੇਖਕ ਹੋਏ ਹਨ ਜੋ ਸਮਾਜਿਕ ਤਬਦੀਲੀ ਲਈ ਸਰਗਰਮ ਸੰਘਰਸ਼ ਵਿੱਚ ਵੀ ਕੁੱਦੇ ਤੇ ਵਧੀਆ ਸਾਹਿਤ ਰਚਨਾ ਵੀ ਕੀਤੀ। ਮੈਂ ਸਮਝਦਾ ਹਾਂ ਉਹਨਾਂ ਦਾ ਦੋਹਰਾ ਕੰਮ ਸੀ ਤੇ ਉਹ ਇਸ ਲਈ ਵਧਾਈ ਦੇ ਪਾਤਰ ਹਨ। ਪਰ ਜੇ ਕੋਈ ਲੇਖਕ ਵਧੀਆ ਲਿਖਦਾ ਹੈ ਤੇ ਕ੍ਰਾਂਤੀ ਲਈ ਬੰਦੂਕ ਫੜ ਕੇ ਲੜਦਾ ਨਹੀਂ, ਤਾਂ ਇਸ ਲਈ ਉਹਦੀ ਲੇਖਕੀ ਭੂਮਿਕਾ ਦਾ ਮਹੱਤਵ ਘੱਟ ਨਹੀਂ ਜਾਂਦਾ, ਉਹ ਫਿਰ ਵੀ ਵਧੀਆ ਲੇਖਕ ਹੀ ਰਹਿੰਦਾ ਹੈ। ਲੈਨਿਨ ਵੱਲੋਂ ਟਾਲਸਟਾਏ ਨੂੰ ਗੋਰਕੀ ਨਾਲੋਂ ਵਧੀਆ ਤੇ ਰੂਸੀ ਕ੍ਰਾਂਤੀ ਦਾ ਦਰਪਣ ਆਖਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਦੀ ਹੋਂਦ ਸੁਤੰਤਰ ਹੈ। ਕ੍ਰਾਂਤੀ ਲਈ ਲੇਖਕ ਦਾ ਲੜਨਾ ਵੱਖਰੇ ਅਧਿਕਾਰ ਖੇਤਰ 'ਚ ਸ਼ਾਮਲ ਹੋਣਾ ਹੈ। ਜੇ ਉਹ ਦੋਵੇਂ ਕੰਮ ਸੁਚੱਜਤਾ ਨਾਲ ਨਿਭਾ ਸਕਦਾ ਹੈ ਤਾਂ ਜੀ ਸਦਕੇ, ਪਰ ਦੋਵੇਂ ਕੰਮ ਕਰਨ ਦੇ ਲਾਲਚ ਵਿੱਚ ਇੱਕ ਪਾਸੇ ਜੋਗਾ ਵੀ ਨਾ ਰਹਿਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਉਸ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਟਟਿਓਲੀ ਵਾਂਗ ਹਰ ਪਾਸੇ ਖਾਹ ਲੱਤਾਂ ਖੜੀਆਂ ਕਰੀ ਰੱਖਣ ਵਾਲੇ ਮੇਰੇ ਵਰਗੇ ਲੇਖਕਾਂ ਨੂੰ ਮੈਂ ਤਾਂ ਇਹੀ ਕਹਾਂਗਾ ਕਿ ਅਸੀਂ ਇੱਕ ਹੀ ਕੰਮ ਕਰ ਲਈਏ ਤਾਂ ਬੜਾ ਹੈ, ਦੂਜੇ ਪਾਸੇ ਸਾਡੇ ਬਿਨਾਂ ਅਸਮਾਨ ਨਹੀਂ ਡਿੱਗ ਚੱਲਿਆ। ਮੈਂ ਨਹੀਂ ਚਾਹੁੰਦਾ ਮੇਰੇ ਪਾਤਰ ਮੀਂਹ ਵਿੱਚ ਖੁੰਬਾਂ ਵਾਂਗ ਉੱਗਦੇ ਨਜ਼ਰ ਆਉਣ। ਮੈਂ ਆਪਣੇ ਵਿਚਾਰਾਂ ਨੂੰ ਸਿੱਧ ਕਰਨ ਲਈ ਉਹਨਾਂ ਦਾ ਮੂੰਹ ਮੱਥਾ ਵਿਗਾੜਨ ਦੇ ਹੱਕ ਵਿੱਚ ਨਹੀਂ। ਲਹੂ ਮਾਸ ਦੇ ਪਾਤਰਾਂ ਦੀ ਥਾਂ ਮੋਮ ਦੇ ਬਣੇ ਪਾਤਰ ਨਹੀਂ ਲੈ ਸਕਦੇ। ਪਾਤਰਾਂ ਨੂੰ ਉਹਨਾਂ ਦੀ ਸਮਰੱਥਾ ਤੋਂ ਵੱਧ ਕੰਮ ਕਰਾਉਣ ਦੇ ਹੱਕ 'ਚ ਮੈਂ ਨਹੀਂ ਹਾਂ। ਮੈਂ ਚਾਹੁੰਦਾ ਜੋ ਚਾਹੀਦਾ ਹੈ, ਨਾਲੇ ਅਜੇ ਜੋ ਹੈ ਨੂੰ ਇਸ ਤਰ੍ਹਾਂ ਚਿਤਰਿਆ ਜਾਵੇ ਕਿ ਉਸ ਵਿੱਚੋਂ ਅਚੇਤ ਹੀ ਜੋ ਚਾਹੀਦਾ ਹੈ ਦੀ ਸੋਝੀ ਪਵੇ, ਕਿਉਂਕਿ ਜੋ ਹੈ ਨੂੰ ਛਾਲ ਮਾਰ ਕੇ ਟੱਪ ਜਾਣ ਤੇ ਜਦੋਂ ਕੋਈ ਲੇਖਕ ਜੋ ਚਾਹੀਦਾ ਹੈ ਤੇ ਪਹੁੰਚ ਜਾਂਦਾ ਹੈ ਤਾਂ ਬਹੁਤੀ ਵਾਰ ਪਾਤਰ ਤੇ ਸਥਿਤੀਆਂ ਖੜਨੇ ਹੀ ਪੈਂਦੇ ਹਨ। ਅਜਿਹੀ ਲਿਖਤ ਸਿਰਜਣਾ ਨਹੀਂ ਹੁੰਦੀ। ਜ਼ਰੂਰੀ ਹੈ ਕਿ ਟੁੱਟਦੀ ਭੱਜਦੀ, ਉੱਠਦੀ ਬਹਿੰਦੀ, ਕਰਦੀ ਲੜਦੀ ਜ਼ਿੰਦਗੀ ਨੂੰ ਦਿਖਾਇਆ ਜਾਵੇ ਤਾਂ ਕਿ ਪਾਠਕ ਚੋਣ ਕਰ ਸਕੇ ਕਿ ਉਹਨੇ ਕਿਹੜੇ ਪਾਸੇ ਖਲੋਣਾ ਹੈ।
ਫਾਹੀਆਂ ਲਾਉਣ ਵਾਲੇ ਜਾਂ ਫਾਹੀਆਂ ਢਾਉਣ ਵਾਲੇ ਪਾਸੇ। ਇਸੇ ਲਈ ਮੈਂ ਕਵਿਤਾ ਨਾਲੋਂ ਗਲਪ ਵੀ ਵੱਧ ਮਹਾਨਤਾ ਸਮਝਦਾ, ਕਿਉਂਕਿ ਉਹ ਜ਼ਿੰਦਗੀ ਨੂੰ ਉਹਦੀ ਸਮੁੱਚਤਾ ਵਿੱਚ ਸਾਡੇ ਸਾਹਮਣੇ ਲਿਆਉਣ ਦਾ ਯਤਨ ਕਰਦੀ ਹੈ। ਮੈਂ ਕਹਾਣੀ 'ਚ ਜ਼ਿੰਦਗੀ ਨੂੰ ਕੱਟ ਛਾਂਗ ਕੇ ਪੇਸ਼ ਕਰਨ ਦੇ ਹੱਕ 'ਚ ਨਹੀਂ ਹਾਂ। ਕਿਸੇ ਵੀ ਅਨੁਭਵ ਦੀਆਂ ਤੰਦਾਂ ਜ਼ਿੰਦਗੀ ਦੀ ਸਮੁੱਚਤਾ ਨਾਲ ਦੂਰ ਤੱਕ ਜੁੜੀਆਂ ਹੁੰਦੀਆਂ ਹਨ, ਤੇ ਜੇ ਉਹਨਾਂ ਤੰਦਾਂ ਨੂੰ ਕੱਟਿਆਂ ਕਹਾਣੀ 'ਚ ਪੇਸ਼ ਕੀਤਾ ਜਾਣ ਵਾਲਾ ਸੱਚ ਕਮਜ਼ੋਰ, ਪੀਲਾ ਤੇ ਮੁਰਝਾਇਆ ਹੋਇਆ ਦਿਸਦਾ ਹੈ, ਤਾਂ ਕਹਾਣੀਕਾਰ ਨੂੰ ਸਥਾਪਤ ਤਕਨੀਕ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਇਹ ਤਕਨੀਕ ਕੋਈ ਲਛਮਣ ਰੇਖਾ ਨਹੀਂ ਜਿਹਨੂੰ ਪਾਰ ਕੀਤਿਆਂ ਕਹਾਣੀਕਾਰ ਸੀਤਾ ਨੂੰ ਕੋਈ ਰਾਵਣ ਚੁੱਕ ਕੇ ਲੈ ਜਾਏਗਾ। ਕਹਾਣੀ ਸ਼ਬਦਾਂ ਦੀ ਨਿਸ਼ਚਿਤ ਗਿਣਤੀ ਤੱਕ ਹੀ ਸੀਮਤ ਨਹੀਂ ਹੁੰਦੀ, ਤੇ ਨਾ ਹੀ ਪੰਨਿਆਂ ਦੀ ਗਿਣਤੀ ਵਿੱਚ ਕੈਦ, ਨਾ ਹੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ, ਨਾ ਹੀ ਸਰਪਟ ਘੋੜ ਦੌੜ। ਇਸੇ ਲਈ ਕਹਾਣੀ ਦੀ ਪਰੰਪਰਾਗਤ ਤਕਨੀਕੀ ਵਾਂਗ 100 ਮੀਟਰ ਦੀ ਦੌੜ ਲਾਉਂਦਾ ਮੈਂ ਕਿਸੇ ਸਿਖਰ ਵੱਲ ਚੜ੍ਹ ਉਤਰ ਕੇ ਫਿਰ ਕਿਸੇ ਅੰਤ ਵੱਲ ਸਾਹ ਸਾਹ ਹੋਇਆ ਵਧਣ 'ਚ ਯਕੀਨ ਨਹੀਂ ਰੱਖਦਾ। ਕਹਾਣੀ ਕਹਿਣ ਦਾ ਮੇਰਾ ਆਪਣਾ ਅੰਦਾਜ਼ ਹੈ। ਮੈਂ ਬੜੀ ਸਹਿਜਤਾ ਨਾਲ ਕਹਾਣੀ 'ਚ ਪੇਸ਼ ਕੀਤੇ ਜਾਣ ਵਾਲੇ ਸੱਚ ਨਾਲ ਨਿਪਟਦਾ ਹਾਂ। ਸ਼ੂਟ ਵੱਟ ਕੇ ਦੌੜਨ ਦੀ ਥਾਂ ਥੋੜ੍ਹਾ ਥੋੜ੍ਹਾ ਆਸੇ ਪਾਸੇ ਵੇਖ ਕੇ ਚੱਲਦਾ, ਤੇ ਆਸੇ ਪਾਸੇ ਇੰਨਾ ਕੁਝ ਸੋਹਣਾ ਤੇ ਪ੍ਰਭਾਵਸ਼ਾਲੀ ਹੁੰਦਾ ਕਿ ਉਸ ਤੋਂ ਅਸਰ ਅੰਦਾਜ਼ ਹੋਏ ਬਿਨਾਂ ਰਿਹਾ ਹੀ ਨਹੀਂ ਜਾਂਦਾ। ਆਲੇ ਦੁਆਲੇ ਦਾ ਅਨੁਭਵ ਇੱਕ ਨਿਸ਼ਚਿਤ ਪ੍ਰਭਾਵ ਪਾਠਕ ਦੇ ਮਨ ਤੇ ਛੱਡਦਾ ਹੈ, ਤੇ ਅੰਤ ਤੱਕ ਪਹੁੰਚਦਿਆਂ ਇਸ ਪਹੁ ਪਸਾਰੀ ਅਨੁਭਵ ਦੀ ਸਮੁੱਚਤਾ ਨਿਸ਼ਚਿਤ ਨੁਕਤੇ ਦੇ ਪ੍ਰਭਾਵ ਨੂੰ ਹੋਰ ਵੀ ਗੂੜਾ ਕਰਦੀ ਹੈ। ਇਸੇ ਲਈ ਸ਼ਾਇਦ ਮੈਂ ਲੰਮੀ ਕਹਾਣੀ ਵੱਲ ਰੁਚਿਤ ਹਾਂ। ਡੁੰਮ, ਸੁਨਹਿਰੀ ਕਿਣਕਾ, ਕਿੱਥੇ ਗਈ, ਵਾਪਸੀ ਤੇ ਭੱਜੀਆਂ ਬਾਹੀਂ। ਕਹਾਣੀਆਂ ਜਿਨ੍ਹਾਂ ਨੇ ਪੜ੍ਹੀਆਂ ਹਨ ਉਹ ਜਾਣਦੇ ਹਨ ਕਿ ਮੈਂ ਕਹਾਣੀ ਦੀ ਪਰੰਪਰਾਗਤ ਤਕਨੀਕ ਦੀ ਇੰਨੀ ਪਰਵਾਹ ਨਹੀਂ ਕਰ ਰਿਹਾ। ਕੋਈ ਲੋਕੀ ਮੇਰੀਆਂ ਅਜਿਹੀਆਂ ਕਹਾਣੀਆਂ ਵਿਚਲਾ ਵਿਸਥਾਰ ਵੇਖ ਕੇ ਮੇਰੀ ਨਾਵਲਕਾਰ ਬਣਨ ਦੀ ਸਮਰੱਥਾ ਦਾ ਅੰਦਾਜ਼ਾ ਲਗਾਉਂਦੇ ਹਨ। ਧੰਨਵਾਦ। ਮੈਂ ਨਾਵਲ ਵੀ ਜ਼ਰੂਰ ਲਿਖਾਂਗਾ, ਪਰ ਕਹਾਣੀ 'ਚ ਕਹੀ ਜਾ ਸਕਣ ਵਾਲੀ ਗੱਲ 'ਚ ਪਾਣੀ ਪਾ ਕੇ ਮੈਂ ਨਾਵਲੈਟ ਜਾਂ ਨਾਵਲ ਨਹੀਂ ਲਿਖਾਂਗਾ। ਇੱਧਰ ਕੁਝ ਚਿਰ ਤੋਂ ਪੰਜਾਬੀ ਕਹਾਣੀ 'ਚ ਪ੍ਰਤੀਕਾਂ ਜਾਂ ਸੰਕੇਤਾਂ ਦੀ ਭਰਮਾਰ ਵਧੀ ਹੈ। ਬੋਲੀ ਅਸਲੋਂ ਹੀ ਕਵਿਤਾ ਵਰਗੀ, ਇਸ 'ਚ ਸ਼ੱਕ ਨਹੀਂ ਕਿ ਪ੍ਰਤੀਕਾਂ ਜਾਂ ਸੰਕੇਤਾਂ ਨੇ ਭਾਸ਼ਾ 'ਚ ਅਰਥਾਂ ਦੀ ਗਹਿਰਾਈ ਤੇ ਸੂਖਮਤਾ ਲਿਆਂਦੀ ਹੈ। ਉੱਥੇ ਇਹਨਾਂ ਪ੍ਰਤੀ ਬੇਲੋੜੇ ਮੋਹ ਤੇ ਉਲਾਰ ਨੇ ਅਸਪਸ਼ਟਤਾ ਤੇ ਅਣਲੋੜੀਂਦੀ ਕਾਵਿਕਤਾ ਦਾ ਭਾਰ ਵੀ ਪਾਇਆ। ਜਿੱਥੇ ਭਾਰ ਵੱਧ ਗਿਆ ਉੱਥੇ ਹੀ ਵਿਚਾਰੀ ਕਹਾਣੀ ਦਾ ਲੱਕ ਟੁੱਟ ਗਿਆ। ਬਿੰਬ, ਪ੍ਰਤੀਕ ਜਾਂ ਕਾਵਿਕ ਭਾਸ਼ਾ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਪ੍ਰਯੋਗ ਨਾ ਹੋਣ ਕਰਕੇ ਅਜਿਹੀਆਂ ਕਹਾਣੀਆਂ ਬਾਰੇ ਸਮਝ ਨਾ ਆਉਣ ਦੀ ਆਮ ਸ਼ਿਕਾਇਤ ਹੈ। ਬਹੁਤੀ ਵਾਰ ਅਜਿਹੀਆਂ ਕਹਾਣੀਆਂ ਜ਼ਿੰਦਗੀ ਦਾ ਕੋਈ ਧੜਕਦਾ ਟੁਕੜਾ ਹੋਣ ਦੀ ਥਾਂ ਸ਼ਾਬਦਿਕ ਪ੍ਰਪੰਚ ਤੇ ਚਲਾਕੀਆਂ ਹੁੰਦੀਆਂ ਹਨ, ਤੇ ਇਸ ਪ੍ਰਪੰਚ ਦੇ ਓਹਲੇ ਵਿੱਚ ਲੇਖਕ ਵੱਲੋਂ ਆਪਣੀ ਸੀਮਾ ਕਰਕੇ ਜ਼ਿੰਦਗੀ ਦੇ ਸੱਚ ਦੇ ਨੰਗੇ ਰੂਪ 'ਚ ਦਰਸ਼ਨ ਕਰਾਉਣ ਦੀ ਥਾਂ ਉਹਦੇ 'ਤੇ ਪਰਦਾ ਪਾਇਆ ਜਾਂਦਾ ਹੈ। ਤਾਂ ਅਸੀਂ ਜਾਣਦੇ ਹਾਂ ਕਿ ਅੱਜ ਪਰਦੇ ਦਾ ਜ਼ਮਾਨਾ ਨਹੀਂ, ਘੁੰਡ ਚੁੱਕ ਕੇ ਤੁਰਨ ਦੀ ਲੋੜ ਹੈ। ਨਹੀਂ ਤਾਂ ਹੋ ਸਕਦਾ ਵਿਚਾਰੀ ਕਹਾਣੀ ਸੜਕ ਉੱਤੇ ਅੰਨ੍ਹੇਵਾਹ ਗੁਜ਼ਰਦੇ ਫੌਜੀ ਟਰੱਕ ਦੇ ਹਾਦਸੇ ਦਾ ਸ਼ਿਕਾਰ ਹੋ ਜਾਵੇ। ਧੰਨਵਾਦ।